ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਪਹਿਲਾ। ਆਵਹੋ ਮਿਲਹੁ ਸਹੇਲਿਹੋ, ਸਚੜਾ ਨਾਮ ਲਏ ਹਾਂ। ਰੋਵਹਿ ਬਿਰਹਾ ਤਨ ਕਾ, ਆਪਣਾ ਸਾਹਿਬ ਸੰਭਾਲੇ ਹਾਂ। ਆਵਹੋ ਮਿਲਹੁ ਸਹੇਲਿਹੋ, ਸਚੜਾ ਨਾਮ ਲਏ ਹਾਂ। ਰੋਵਹਿ ਬਿਰਹਾ ਤਨ ਕਾ, ਆਪਣਾ ਸਾਹਿਬ ਸੰਭਾਲੇ ਹਾਂ। ਸਾਹਿਬ ਸੰਭਾਲਹਿ ਪੰਥ ਨਿਹਾਲਹਿ, ਅਸਾਂ ਭੇ ਉਥੈ ਜਾਣਾ। ਜਿਸ ਕਾ ਕੀਆ ਤਿਨ ਹੀ ਲੀਆ, ਹੋਵਾ ਤਿਸੈ ਕਾ ਭਾਣਾ। ਜੋ ਤਿਨ ਕਰ ਪਾਇਆ, ਸੋ ਆਗੈ ਆਇਆ। ਅਸੀਂ ਕੇ ਹੁਕਮ ਕਰਿਆ, ਆਵਹੋ ਮਿਲਹੁ ਸਹੇਲਿਹੋ, ਸਚੜਾ ਨਾਮ ਲਇਆ। ਜੋ ਤਿਨ ਕਰ ਪਾਇਆ, ਸੋ ਆਗੈ ਆਇਆ। ਅਸੀਂ ਕੇ ਹੁਕਮ ਕਰਿਆ, ਆਵਹੋ ਮਿਲਹੁ ਸਹੇਲਿਹੋ, ਸਚੜਾ ਨਾਮ ਲਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ, ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਅੱਜ ਮਹਾਰਾਜ ਨੇ ਕਿਰਪਾ ਕੀਤੀ, ਹਰ ਰੋਜ਼ ਦੀ ਤਰ੍ਹਾਂ ਸਥਾਨਕ ਸੰਗਤਾਂ ਵਾਸਤੇ ਜੋ ਉਪਦੇਸ਼ ਬਖਸ਼ਿਸ਼ ਕੀਤੇ ਨੇ, ਅੱਜ ਮਹਾਰਾਜ ਨੇ ਬਹੁਤ ਵਿਸਤਾਰ ਦੇ ਨਾਲ ਇਹਨਾਂ 'ਤੇ ਚਰਚਾ ਕੀਤੀ ਹੈ। ਕਿਉਂਕਿ ਬਹੁਤ ਵਿਸਤਾਰ ਵਿੱਚ ਪਾਵਨ ਬਚਨ ਹੈ, ਸਮਾਂ ਲੱਗੇ ਆਪ ਜੀ ਨੇ ਗ੍ਰਹਿ ਵਿਖੇ ਜਾ ਕੇ ਇਹਨਾਂ ਪਾਵਨ ਬਚਨਾਂ ਦੀ ਜੋ ਸ਼੍ਰੀਮੁਖ ਵਾਕ ਦੇ ਰੂਪ 'ਚ ਆਏ ਨੇ, ਕਰਤਾ ਪੁਰਖ ਦੀ ਬਖਸ਼ਿਸ਼, ਉਸ ਗੁਰ ਕਰਤੇ ਦੇ ਰਹਿਮ ਦੇ ਸਦਕੇ, ਜਿਸ ਬੜੇ ਪਿਆਰ ਨਾਲ ਕਹਿੰਦੇ ਨੇ ਬਾਬਲ ਮੇਰਾ ਵੱਡ ਸਮਰੱਥਾ, ਕਰਨ ਕਰਨ ਪ੍ਰਭਾਰਾ। ਉਹ ਕਰਤਾ ਪੁਰਖ ਮੇਰਾ ਬਹੁਤ ਵੱਡਾ ਹੈ, ਉਹਨੇ ਹੀ ਰਹਿਮਤ ਕੀਤੀ,
ਸਾਡੇ ਤੇ ਤਰਸ ਕੀਤਾ ਤੇ ਸਾਨੂੰ ਆਪਣੇ ਪਾਵਨ ਚਰਨਾਂ ਦੀ ਓਟ ਤੇ ਟੇਕਦੀ। ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕਹਿ। ਜਿੱਥੇ ਆਪਾਂ ਬੈਠੇ ਹਾਂ, ਚਲੋ ਅਸੀਂ ਬਾਹਰੇ ਤੌਰ 'ਤੇ ਚਰਨ ਕਮਲਾ ਕੀ ਟੇਕ ਓਟ ਵਿੱਚ ਬੈਠੇ ਹਾਂ, ਅਤੇ ਕੀ ਅਸੀਂ ਆਪਣੇ ਯਤਨ ਦੁਨੀਆ 'ਚੋਂ ਲੱਗਦਾ ਕਿ ਹਾਂ ਦੇਖੋ ਇਹ ਤਾਂ ਮੇਰਾ ਉਪਰਾਲਾ ਮੈਂ ਕੀਤਾ, ਪਰ ਸੱਚ ਹੈ ਕਿ ਉਹਨਾਂ ਤੁਸ ਕੇ ਦਿੱਤਾ ਹੈ, ਖੁਸ਼ ਹੋ ਕੇ ਦਿੱਤਾ ਹੈ। ਨਹੀਂ ਤਾਂ ਸਾਡੇ ਪਰਿਵਾਰਾਂ ਵਿੱਚ ਹੀ ਬਹੁਤ ਸਾਰੇ ਜੀਅ ਨੇ ਜੋ ਸਾਡੇ ਤੋਂ ਜ਼ਿਆਦਾ ਪੜ੍ਹੇ ਲਿਖੇ ਹੋਣਗੇ, ਸਾਡੇ ਤੋਂ ਘਰ ਪਰਿਵਾਰ ਦੀਆਂ ਗੱਲਾਂ ਚੰਗੀਆਂ ਕਰ ਲੈਂਦੇ ਨੇ, ਸਿਆਣੇ ਹੋਣਗੇ, ਪਰ ਇੱਥੇ ਨਹੀਂ ਆ ਪਾਉਂਦੇ। ਆਖਰ ਕੋਈ ਕਾਰਨ ਤੇ ਪਿੱਛੇ ਹੈ ਨਾ। ਉਹਨੂੰ ਦੁਨੀਆ ਦੇ ਕਿੰਨਾ ਕਾਰਨਾਂ ਕਰਕੇ ਅਸੀਂ ਦੀ ਵਿਆਖਿਆਵਾਂ ਕਰਾਂਗੇ। ਉਹਨੂੰ ਕੋਈ ਕੁਛ ਸ਼ਰਧਾ ਕਹੇਗਾ, ਕੋਈ ਜ਼ਰੂਰਤ ਕਹੇਗਾ, ਕੋਈ ਮਜਬੂਰੀ ਕਹੇਗਾ। ਦੇਖੋ ਜੀ, ਸਮਾਂ ਨਹੀਂ ਬਚਦਾ, ਸਰੀਰ ਸਾਥ ਨਹੀਂ ਦਿੰਦਾ, ਕਈ ਕਾਰਨਾਂ ਦੇ ਨਾਲ ਅਸੀਂ ਉਹਨਾਂ ਦੀ ਵਿਆਖਿਆ ਕਰਦੇ ਹਾਂ, ਪਰ ਸੱਚ ਇਹ ਹੈ ਕਿ ਅਜੇ ਉਹਨੂੰ ਸਮਾਂ ਮਿਲਿਆ ਨਹੀਂ। ਜਿਵੇਂ ਲੋਕ ਵੱਡਿਆਂ ਤੋਂ, ਅਜੇ ਰਾਜੇ ਪੱਧਰ ਦੇ ਲੋਕ ਕਨੇ ਕੋ ਮਿਨਿਸਟਰ ਬੈਠਾ ਸਮਾਂ ਮੰਗਦੇ ਨਾ, ਅਗਲੇ ਸਮਾਂ ਨਹੀਂ ਦਿੰਦੇ, ਅੱਜ ਨਹੀਂ ਕੱਲ੍ਹ, ਹਫ਼ਤੇ ਬਾਅਦ ਆਇਓ, 2 ਹਫ਼ਤੇ ਬਾਅਦ ਆਇਓ। ਇਸੇ ਤਰ੍ਹਾਂ ਉਹਨਾਂ ਨੂੰ ਜੇ ਸਮਾਂ ਨਹੀਂ ਮਿਲਿਆ, ਚਲੋ ਆਏ ਹਾਂ ਉਹਨਾਂ ਲਈ ਵੀ ਸਭ ਅਰਦਾਸ ਕਰੀ, ਮਹਾਰਾਜ ਸਾਡੇ ਉਹਨਾਂ ਜੀਆਂ ਨੂੰ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ, ਤੁਸੀਂ ਸਮਾਂ ਦਿਓ, ਉਹਨਾਂ ਨੂੰ ਵੀ ਆਪਣੇ ਦਰਬਾਰ 'ਚ ਬੁਲਾਇਆ ਕਰੋ, ਉਹਨਾਂ 'ਤੇ ਵੀ ਤਰਸ ਕਰ ਲਓ। ਜਿਵੇਂ ਸਾਡੇ 'ਤੇ ਕਰਕੇ ਤਰਸ ਸਾਨੂੰ ਸਤਸੰਗਤ ਵਿੱਚ ਬੈਠਣ ਦਾ ਸਮਾਂ ਬਖਸ਼ਿਆ ਜੇ ਨਾ, ਬੈਠੇ ਹਾਂ ਕੁਛ ਤਾਂ ਮਿਲੇਗਾ ਹੀ ਨਾ ਇੱਥੇ। ਇਸੇ ਤਰ੍ਹਾਂ ਉਹਨਾਂ 'ਤੇ ਵੀ ਕਿਰਪਾ ਕਰੋ, ਇਹੀ ਗੱਲਾਂ ਅਸੀਂ ਸਮਝ ਸਕੀਏ ਔਰ ਇੱਥੇ ਬੈਠਣ ਦਾ ਸੁਭਾਗ ਮਿਲੇ, ਵੱਧ ਤੋਂ ਵੱਧ ਇਹਦਾ ਲਾਹਾ ਪ੍ਰਾਪਤ ਕਰ ਸਕੀਏ। ਔਰ ਇਹ ਜੋ ਬੈਠਣ ਦਾ ਸਮਾਂ ਮਿਲਿਆ, ਇੱਥੇ ਕੀ ਕਰੀਏ ਫਿਰ ਆ ਕੇ? ਕੁਛ ਤੇ ਕਰਨਾ ਹੋਵੇ ਕਰਨ ਤੇ ਮਹਾਰਾਜ ਕਹਿੰਦੇ ਫਿਰ ਆਓ, ਇਕੱਠੇ ਹੋ ਜਾਓ ਨਾ, ਆਵੋ ਮਿਲੋ ਸਹੇਲੀਓ, ਆ ਜਾਓ ਬਹਿ ਜਾਓ ਭਾਈ। ਕਿਉਂਕਿ ਅਸੀਂ ਸਾਰੇ ਹੀ ਇੱਥੇ ਇੱਕੇ ਮੰਡਲ ਵਿੱਚ ਹਾਂ। ਕਹਿਣ ਨੂੰ ਸਾਡੀਆਂ ਉਮਰਾਂ ਅਲੱਗ-ਅਲੱਗ ਹੋਣਗੀਆਂ, ਕਹਿਣ ਨੂੰ ਅਸੀਂ ਇਸਤਰੀ ਅਤੇ ਪੁਰਸ਼ ਅਲੱਗ-ਅਲੱਗ ਰੂਪ 'ਚ ਵੇਖੇ ਵਰਤੇ ਜਾਂਦੇ ਹਾਂ। ਸੰਸਾਰਕ ਸਾਡੀਆਂ ਬਣਤਰਾਂ ਅਮੀਰੀ ਗਰੀਬੀ ਦੀਆਂ, ਹੋ ਸਕਦਾ ਜਾਤੀ ਪ੍ਰਬੰਧ ਵੀ ਸਭ ਅਲੱਗ-ਅਲੱਗ ਹੋਵੇ, ਸਮਾਜ 'ਚ ਸੰਸਾਰ ਹੈ। ਪਰ ਜਦੋਂ ਅਸੀਂ ਗੁਰੂ ਕੇ ਦਰਬਾਰ 'ਚ ਬੈਠਦੇ ਹਾਂ, ਸਤਸੰਗਤ ਦੇ ਮੁਕਾਮ 'ਤੇ ਸਾਡੀ ਪਹੁੰਚ ਬਣ ਜਾਂਦੀ ਹੈ। ਅਸੀਂ ਕੇਵਲ ਗੁਰੂ ਕੇ ਸਿੱਖ ਹੁੰਦੇ ਹਾਂ, ਕੋਈ ਵਿਤਕਰਾ ਵੰਡ ਨਹੀਂ, ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ। ਬਸ ਉਮਰ ਛੋਟਾ ਵੱਡਾ ਕੋਈ ਹੋ ਸਕਦਾ ਭਾਈ, ਕਿਸੇ ਨੇ ਤੇ 60-70 ਸਾਲ ਹੰਡਾ ਲਏ ਨੇ, ਕੋਈ ਅਜੇ 5-7 ਸਾਲ ਹੰਡਾ ਰਹੇ। ਅਸੀਂ ਸਾਰੇ ਗੁਰੂ ਕੇ ਸਿੱਖ ਹਾਂ। ਇਹ ਤੋਂ ਵੀ ਜਦੋਂ ਅਗਲੇ ਪੜਾਵ 'ਤੇ ਹੋਰ ਜਾਂਦੇ ਹਾਂ, ਅਤੇ ਅਸੀਂ ਕੇਵਲ ਗੁਰੂ ਦਰਬਾਰ ਦੀਆਂ ਨਿਮਾਣੀਆਂ ਜਿਹੀਆਂ ਜਿੰਦਾਂ ਹਾਂ। ਜਿੰਦ ਨਿਮਾਣੀ ਆ ਸਾਡੀ, ਅਤੇ ਜਿੰਦ ਨਿਮਾਣੀ ਨੂੰ ਡਰ ਆਉਂਦਾ ਕਿ ਇੱਕ ਦਿਨ ਆਉਣਾ ਜਦੋਂ ਤਨ ਤੋਂ ਇਸ ਜਿੰਦ ਨਿਮਾਣੀ ਨੂੰ ਵੱਖ ਕਰ ਦੇਣਾ ਹੈ। ਔਰ ਜਦੋਂ ਵੀ ਜਿਹਨੂੰ ਸੰਸਾਰ ਜਿਹਨੂੰ ਮੌਤ ਕਹਿੰਦੀ ਹੈ, ਇਹ ਨਹੀਂ ਹੈ ਨਾ, ਇਸ ਜਿੰਦ ਨਿਮਾਣੀ ਨੂੰ ਇਸ ਸਰੀਰ ਰੂਪੀ ਘਰ ਤੋਂ ਧੱਕੇ ਦੇ ਨਾਲ ਜ਼ਬਰਦਸਤੀ ਅਲੱਗ ਕਰ ਦੇਣਾ ਹੈ। ਅਸੀਂ ਪੜ੍ਹਿਆ, ਸਾਨੂੰ ਸਾਡੇ ਬਾਬਿਆਂ ਨੇ ਦੱਸਿਆ ਹੈ, ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂਕੜਕਾਏ। ਫਿਰ ਐਸੀ ਸਾਡੇ 'ਤੇ ਅਵਸਥਾ ਨਾ ਆਵੇ, ਸਾਡੇ ਹੱਡ ਕੜਕਾ ਕੇ ਨਾ ਕੱਢੇ ਜਾਏ। ਫਿਰ ਕੀ ਕਰੀ? ਕਹਿਣ ਲੱਗੇ ਖੁਸ਼ੀ ਨਾ ਆਪੇ ਤੁਰ ਪਓ ਭਾਈ, ਉਹਨਾਂ 'ਤੇ ਪਕੜ ਕੇ ਲੈ ਜਾਣਾ ਹੈ, ਉਹਨਾਂ 'ਤੇ ਲੈ ਜਾਣਾ ਹੈ, ਅਤੇ ਫਿਰ ਚੰਗਾ ਖੁਸ਼ੀ ਨਾ ਤੁਰ ਪਓ। ਅਤੇ ਖੁਸ਼ੀ ਨਾਲ ਜੇ ਇੱਕ ਤੁਰ ਗਿਆ ਹੈ, ਅਤੇ ਬਾਕੀ ਜੋ ਅਸੀਂ ਪਿੱਛੇ ਬੈਠੇ ਹਾਂ, ਅਸੀਂ ਤਿਆਰੀ ਕਰੀਏ ਭਾਈ, ਇੱਕ ਦਿਨ ਸਾਨੂੰ ਆਉਣਾ। ਕਿਉਂਕਿ ਕੱਲ੍ਹ ਬੜਾ ਪਿਆਰਾ ਬਚਨ ਮਹਾਰਾਜ ਜੀ, ਇੱਥੇ ਆਇਆ ਸਭ ਕੋ ਜਾਸੀ। ਇਹ ਅਟਲ ਸੱਚਾਈ ਹੈ। ਜਿਹੜਾ ਵੀ ਮਾਤਲੋਕ 'ਤੇ ਆਇਆ ਹੈ, ਜਨਮ ਲੈ ਕੇ ਆਇਆ, ਉਸਨੇ ਜ਼ਰੂਰ ਇੱਥੋਂ ਜਾਣਾ ਸਰੀਰ ਕਰਕੇ। ਕਿਉਂਕਿ ਮਾਤਲੋਕ 'ਤੇ ਆਉਣ ਦੀ ਜੋ ਅਵਸਥਾ ਮੰਡਲ ਹੈ, ਅਸੀਂ ਇਸ ਨੂੰ ਜੀਵਾਤਮ ਕਹਿੰਦੇ ਹਾਂ, ਸਰੀਰ ਕਰਕੇ ਵਰਤੀ ਜਾਂਦੀ ਹੈ। ਆਪ ਨੂੰ ਪਤਾ ਹੈ ਇਹਦੇ ਵੀ 2-3 ਸਟੈਪ ਹੁੰਦੇ, ਜਿਵੇਂ ਅਸੀਂ ਸਰੀਰ ਕਰਕੇ ਇੱਥੇ ਵਰਤਦੇ ਹਾਂ। ਇਹ ਤੋਂ ਇੱਕ ਵਿੱਚ ਸੂਖਸ਼ਮ ਸਰੀਰ ਸਾਡਾ ਜੋ ਸਾਨੂੰ ਦਿਸਦਾ ਨਹੀਂ, ਜਿਹੜਾ ਚੇਤਨ ਮੰਡਲਾਂ ਦੇ ਵਿੱਚ ਵਿਚਰਦਾ ਹੈ, ਜਿਸ ਨੂੰ ਗੁਰਬਾਣੀ 'ਚ ਜੀਓ ਕਿਹਾ ਜਾਂਦਾ ਹੈ। ਪਾਵਨ ਬਾਣੀ ਦੇ ਵਿੱਚ ਬਚਨ ਹੈ ਨਾ, ਜੀਓ। ਜੀਓ ਪਾਏ ਪਿੰਡ ਜਿਨ ਸਾਜਿਆ। ਸਾਡੇ ਵਿੱਚ ਉਹਨੇ ਜੀਓ ਪਾਇਆ ਤਾਂ ਪਿੰਡ ਦੀ ਰਚਨਾ ਹੋਈ। ਜੇ ਜੀਓ ਨਾ ਪਾਵੇ ਤਾਂ ਪਿੰਡ ਦੀ ਰਚਨਾ ਨਹੀਂ ਹੁੰਦੀ।
ये बड़ा रहस्यवादी उहदा करते दा अपना हुक्म ही खेल है कि पिंड ते जीव इकट्ठे होण ते अगां जीवन बनदा है। जे जीव अते पिंड इकट्ठे ना होवण ते जीवन की यात्रा आरंभ ही नहीं होती। उन्हें जीव पाए, फिर भी दसिया आनंद सदा पाठ जिन्हें नितनेमिया किया जां जिन्हें दोपहरे सम करना होवे जे उन्हें पाया। हुण करते ने जीव पाया, रखिया बनत बनाए। उस जीव का जो संबंधक स्वरूप उलिखिया वरत्या ज्ञानियों की दृष्टि जाता है। कहते हैं उस जीव के भी कई तत्त होंगे हैं, जिवें शरीर के 5 तत्त ने। वो जीव जदों शुद्ध आत्म माया मंडल च आके विचरदा है, शुद्ध आत्म जदों माया मंडल च विचरदा तो उदों उहदा नाम जीवात्म हुंदा है। जीव नाल, क्योंकि उस तो पहला जदों केवल शुद्ध आत्म हुंदा उदों उहदे विच चेतनता जो साड़ी समझ वाली ये नहीं होंदी। बिल्कुल एक बीज मात्र होंदा। जिवें असां दाणे कोठियां च पा के रखे ने, आ डब्बियां च पा के पैकटां च पा के साल दर साल आपां दाणे रख छड्डदे, कोई फर्क ही नहीं पैंदा। इसे तरह आत्म शुद्ध आत्म जिहड़ी है परमात्मा दे अपने निज मंडल च है, जिन्ना चਿਰ मर्जी परमात्मा रख छड्डे। पर जदों किसी जीव हो आत्म नूं करता पुरख माया मंडल च भेज दिंदा है, जदों जीव माया मंडल च प्रवेश करता तो माया भी सूक्ष्म ही है। जदों माया मंडल च जीव आत्म प्रवेश करती तो माया ते आत्म का जो संबंध स्थापित होता है, रचमिच जाते हैं तो माया का एक गलबा उत्ते चढ़ता है, माया का एक आवरण चढ़ता है, जिस दे नाल उस जीव दे विच चेतनता जीवन की पहली हलचल पहली हरकत आरंभ होती है। समा पा के उन्होंने शरीर प्राप्त होता है तो असीं शरीर धारी करके तुरे फिरते हैं। तो जिहड़े भी जीवात्म असीं शरीर प्राप्त करके आए हैं, हर चीज़ का समा हुंदा ना, तो शरीर का भी एक समा पुग जाना है। साडे तो शरीर वापस ले लिया जाना। हुण खुशी ने वापस कर दिता तां भी ठीक है, नहीं तो पुग गए समय तो साथों जबरदस्ती ये शरीर वापस ले लिया जाना। पर सानू इन्ना कुछ समझाया गया कि भई जिथों आया हुए शरीर करके तू चले जाना है। तेनों जिधरों आया, जिस माया मंडल चो आया, तू पहला माया मंडल च जाना। जे तू शरीर दे हुंदियां जप तप कर लिया तो माया मंडल का सर्कल भी तोड़ देगा, फिर वापस अपने जीवात्म तो आत्म घर चला जाएगा। तो जे तू आत्म घर च जाण की योग्यता प्राप्त ना की, जीव मंडल ते माया मंडल विच ही रह गया, पर शरीर तेरे तो फिर भी ले लिया जाना। शरीर फिर भी ले लिया जाना है और लैके तेनों माया मंडल च रख लेना है। फिर नवा शरीर देणगे, क्योंकि शर्त है कि इस शरीर की वरतों करके वो माया दे खेल चों पार होना है। इसे करके गुरु पातशाह इसनूं खेल कहिंदे ने कि जिवें बच्चिआं नूं पहिलां अध्यापक आप ही सिखांदे पढ़ांदे ने, फिर किसी खेल उलझण च पा दिंदे ने बच्चे नूं, कहंदे भाई हुण बेटा पास होके दिखा। माया एक खेल है, माया एक करते दा इम्तिहान है, माया करते दी रचना का अंग है। तो सानू उहदे सर्कल नूं तोड़ के उह चों कामयाब हो के वापस जाना। इसे करके बाजी है, जिवें बच्चे बाजियां खेडदे ने पाए सारे स्टैप करने पैंदे ने। बचपन दी खेडां खेडियां ना, सारे स्टैप करने पैंदे ने। वो सारे स्टैप करने पैने। उन्हां स्टैपां चों शरीर भी है, परिवार भी है, समाज भी है, जप भी है, तप भी है, पूजा भी है, पाठ भी है, भजन भी है, सारा कुछ करना पैना। कोई कहे भी एक काम करके पार हो जाऊंगा, ऐसा नहीं है। संपूर्ण मनुख का संकल्प ही वखरा है, वो सब कुछ पूरा होना चाहिए, क्योंकि पूरे ने पूरा करके दिता है। इस करके महाराज कहन लगे आपां उस पूरे दे कीते हुए पूरे करतब नूं पूरा करना है। तो साढ़े को पैमाने की समझ नहीं कि पूरा किन्ने ना हो जाएगा। दुनिया के इम्तिहानों में फिर भी इन्हें पैमाना दिता भी 33 नंबर लै लो पास हो जाओगे, किसी ने कहता 50 नंबर लै लो पास हो जाओगे। नवें थां ते दाखला लेना तो आप अजकल देखते हैं यूनिवर्सिटियाँ घट लगा दियां ने भी ये तो घट जिन्हों के परसेंटेज ने वो इधर मूँह ना करो। अज साढ़े बच्चे 12वीं या BA करके निकलते हैं तो फिर उन्होंने सामने एक लाइन आ जाती है, बॉर्डर लाइन आती भी जिन्हों के इस परसेंटेज तो घट नंबर ने वो इस यूनीवर्सिटी दाखले लिए पुछियो भी ना, क्योंकि तुसीं उस पौड़ी नूं हाथ ही नहीं पा सकते। बहुत सारी यूनिवर्सिटी ने 100% कट ऑफ करके बैठिया ने।
ਹੁਣ 100% ਬੱਚੇ ਦੇ ਹੋਣਗੇ ਤੇ ਫਾਰਮ ਭਰੇਗਾ, ਨਹੀਂ ਤੇ ਬੈਠਾ ਰਹੇ। ਇਸੇ ਤਰ੍ਹਾਂ ਅਧਿਆਤਮ ਮੰਡਲ ਦਾ ਕਿੰਨੇ % ਦਾ ਕੱਟ ਆਫ ਹੈ ਸਾਨੂੰ ਨਹੀਂ ਪਤਾ। ਇਸੇ ਕਰਕੇ ਅਸੀਂ ਡੈਫੀਨਿਟਲੀ ਕਦੇ ਵੀ ਨਹੀਂ ਕਹਿ ਪਾਉਂਦੇ ਵੀ ਇਤਨਾ ਜਾਪ ਕਰ ਲਿਆ ਤੇ ਪੂਰੇ ਹੋ ਗਏ, ਇਤਨਾ ਪਾਠ ਕਰ ਲਿਆ ਤੇ ਪੂਰੇ ਹੋ ਗਏ, ਇਤਨੀ ਉਮਰ ਹੰਡਾ ਲਈ ਤੇ ਪੂਰੇ ਹੋ ਗਏ। ਬਲਕਿ ਸਾਨੂੰ ਆਖੀਰ ਤੱਕ ਇਹ ਗੱਲ ਕਹੀ ਜਾਂਦੀ ਹੈ, ਅਧਿਓ ਸੁਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋ। ਸਾਨੂੰ ਕੀ ਪਤਾ ਭਾਈ ਬੇੜੀ ਕਿੱਥੇ ਤੁਰ ਪੈਣੀ, ਕਿੱਥੇ ਡੁੱਬ ਜਾਣੀ। ਇਸ ਕਰਕੇ ਸਰੀਰ ਵਿੱਚ ਹਾਂ ਆਏ ਹਾਂ, ਚਲੇ ਯਕੀਨਨ ਜਾਣਾ ਹੈ, ਅਤੇ ਜਾਣ ਤੋਂ ਪਹਿਲਾਂ ਜੋ ਕਰਨਯੋਗ ਕੰਮ ਨੇ ਉਹ ਤੇ ਕਰ ਲਈਏ ਨਾ। ਇਸੇ ਕਰਕੇ ਸਿਆਣਿਆਂ ਨੇ ਅੱਜ ਤੱਕ ਜਿੰਨੇ ਗੁਰਮੁਖ ਵੱਡੇ ਭਗਤ ਹੋਏ ਨੇ, ਜਿਨ੍ਹਾਂ ਦੀ ਕਥਾ ਕਹਾਣੀਆਂ ਸਾਖੀਆਂ ਆਪਾਂ ਪੜ੍ਹੀਆਂ ਸੁਣੀਆਂ, ਸਾਰੇ ਕਹਿੰਦੇ ਨੇ ਭਾਈ ਸਿਮਰਨ ਕਰਿਆ ਕਰੋ। ਸਿਮਰਨ ਦੇ ਨਾਲ ਹੀ ਗੁਰੂ ਕਰਤਾ ਦੀ ਖੁਸ਼ੀ ਹੁੰਦੀ ਅਤੇ ਤੁਹਾਨੂੰ ਪਾਰ ਉਤਾਰਾ ਕਰਾ ਦਿੰਦੇ ਨੇ। ਯਕੀਨਨ ਚਲੇ ਜਾਣਾ ਅਤੇ ਜਾਣ ਤੋਂ ਪਹਿਲਾਂ ਪਹਿਲਾਂ ਇੱਕ ਕੰਮ ਕਰ ਲਓ, ਆਵੋ ਆ ਜਾਓ ਭਾਈ, ਬਹਿ ਜਾਓ। ਕਿੱਥੇ ਆਈਏ? ਸੰਗਤ ਵਿੱਚ ਆ ਜਾਓ। ਇੱਥੇ ਆਵੋ ਦਾ ਜੋ ਮਤਲਬ ਹੈ ਨਾ, ਕੇਵਲ ਇੱਥੇ ਤੁਰ ਕੇ ਆਉਣਾ ਹੀ ਨਹੀਂ ਜੇ। ਠੀਕ ਹੈ, ਆਪਾਂ ਸਰੀਰਕ ਤੌਰ 'ਤੇ ਸੰਗਤ ਵਿੱਚ ਆ ਜਾਂਦੇ ਹਾਂ। ਇੱਕ ਆਵੋ ਸੰਬੋਧਨ ਵਾਚਕ ਹੁੰਦਾ, ਭਾਈ ਜਿੱਥੇ ਵੀ ਕਿਤੇ ਬੈਠੇ ਹੋ ਉਸ ਅਵਸਥਾ ਵਿੱਚ ਆ ਜਾਓ। ਆਵੋ ਮਿਲੋ, ਆ ਜਾਓ, ਉਸ ਅਵਸਥਾ ਦੇ ਵਿੱਚ ਆ ਜਾਓ। ਜਿਵੇਂ ਅੱਜ ਕੱਲ੍ਹ ਇੱਕ ਟੈਕਨੋਲੋਜੀ ਦਾ ਕੰਮ ਚੱਲ ਪਿਆ ਨਾ, ਲੋਕ ਸਾਨੂੰ ਆਪਣੇ ਸੋਸ਼ਲ ਮੀਡੀਆ 'ਤੇ ਸਾਨੂੰ ਇਨਵਾਈਟ ਕਰਦੇ ਨੇ, ਆ ਜਾਓ। ਅਤੇ ਅਸੀਂ ਬੈਠੇ ਤੇ ਮੀਲੋਂ ਹਜ਼ਾਰਾਂ ਸੈਂਕੜੇ ਮੀਲਾਂ ਦੇ ਵਿੱਚ ਤੇ ਹੁੰਦੇ ਹਾਂ, ਅਤੇ ਅਗਲੇ ਸਾਨੂੰ ਇੱਕ ਲਿੰਕ ਦਿੱਤਾ ਹੁੰਦਾ, ਭਾਈ ਆਹ ਲਿੰਕ ਯੂਜ਼ ਕਰੋਗੇ ਅਤੇ ਸਾਡੇ ਸਰਕਲ ਸਾਡੇ ਨਾਲ ਜੁੜ ਜਾਓਗੇ। ਔਰ ਬੈਠੇ ਅਸੀਂ ਅਮਰੀਕਾ ਦੇ ਲੋਕਾਂ ਨਾਲ ਜੁੜੇ ਹੁੰਦੇ ਹਾਂ। ਲਿੰਕ ਯੂਜ਼ ਕਰ ਲੈਂਦੇ ਨੇ ਜਿੱਥੇ ਬੈਠੇ ਨੇ। ਮੰਨ ਲਓ ਕੋਈ ਸੁਖਮਨੀ ਸਾਹਿਬ ਦਾ ਪਾਠ ਹੀ ਅੱਜ ਲੋਕ ਲਿੰਕ 'ਤੇ ਕਰਦੇ ਨੇ। ਇੱਕ ਪੌੜੀ ਇੱਥੇ ਬੈਠਾ ਵਿਅਕਤੀ ਪੜ੍ਹਦਾ ਹੈ, ਅਗਲੀ ਅਸ਼ਟਪਦੀ ਅਮਰੀਕਾ ਵਾਲਾ ਪੜ੍ਹਦਾ ਹੈ, ਤੀਜੀ ਅਸ਼ਟਪਦੀ ਜਾ ਕੇ ਕਿਤੇ ਹੋਰ ਕਿਸੇ ਮੁਲਕ ਵਾਲਾ ਪੜ੍ਹਦਾ ਹੈ। ਸਾਰੇ ਦੁਨੀਆ 'ਚ ਇੱਕੋ ਹੀ ਪਾਠ ਹੋ ਰਿਹਾ। ਅਤੇ ਕਹੀਏ ਕਿੱਦਾਂ? ਉਹ ਇੱਕ ਲਿੰਕ ਦਿੱਤਾ ਅਗਲੇ ਨੇ ਇੱਕ ਦੂਜੇ ਨੂੰ। ਸਾਨੂੰ ਵੀ ਗੁਰੂ ਪਾਤਸ਼ਾਹ ਨੇ ਇੱਕ ਲਿੰਕ ਦਿੱਤਾ ਹੈ, ਉਹਦੀ ਪੁਕਾਰ ਹੈ, ਆਵੋ ਆ ਜਾਓ। ਅਤੇ ਸਾਡੇ ਕੋਲ ਲਿੰਕ ਟੈਕਨੋਲੋਜੀ ਵਾਲਾ ਲਿੰਕ ਹੈ। ਜੀ ਹਾਂ, ਸਾਡਾ ਵੀ ਉਸੇ ਟੈਕਨੋਲੋਜੀ ਦੇ ਮੁਤਾਬਿਕ ਹੀ ਲਿੰਕ ਹੈ। ਬਸ ਉਹ ਦੁਨਿਆਵੀ ਨੰਬਰਾਂ ਦਾ ਗੇਮ ਹੈ, ਸਾਡਾ ਕੇਵਲ ਇੱਕ ਧਿਆਨ ਦਾ ਗੇਮ ਹੈ। ਉਹ ਤਾਂ ਦੁਨਿਆਵੀ 5-7 ਨੰਬਰ ਦਬਾਉਣੇ ਪੈਣਗੇ, ਕੋਈ ਕੋਡ ਪਾਸ ਕਰਨ ਦਾ ਉਹ ਲਗਾਉਣਾ ਪਏਗਾ। ਸਾਡਾ ਵੀ ਇੱਕ ਧਿਆਨ ਕੋਡ ਪਾਸ ਹੈ, ਉਹਨੂੰ ਸੁਰਤ ਕਹਿੰਦੇ ਨੇ, ਉਹਨੂੰ ਧਿਆਨ ਕਹਿੰਦੇ ਨੇ। ਮਹਾਰਾਜ ਕਹਿੰਦੇ ਨੇ ਆ ਜਾਓ, ਜਿੱਥੇ ਬੈਠੇ ਹੋਗੇ ਧਿਆਨ ਲਗਾ ਕੇ ਮੇਰੇ ਕੋਲ ਆ ਜਾਓ। ਉਹ ਜਿੱਥੇ ਬੈਠੇ ਹੋ ਬੈਠੋ ਧਿਆਨ ਵਿੱਚ, ਅਤੇ ਸੁਰਤੀ ਦਾ ਜੋ ਆਪਾਂ ਕਹਦੇ ਧਿਆਨ ਲਗਾਓ। ਹਾਲਾਂਕਿ ਠੀਕ ਗੱਲ ਵੱਡੇ ਪੱਧਰ ਦੀ ਹੈ, ਜਿੱਥੇ ਵੀ ਬੈਠੇ ਹੋ, ਜਿੱਥੇ ਵੀ ਹਜ਼ਾਰਾਂ ਮੀਲ ਦੇ ਵਕਫੇ 'ਤੇ ਹੋ, ਅਗਰ ਕੋਈ ਨਿਤਨੇਮ ਕਰਦਾ ਹੈ, ਸਿਮਰਨ ਕਰਦਾ ਹੈ, ਜਾਪ ਕਰਦਾ ਹੈ, ਕਿਸੇ ਵੀ ਢੰਗ 'ਚ ਬੈਠਾ ਹੋਏ, ਤੇ ਕੀ ਕਰੇਗਾ? ਧਿਆਨ 'ਤੇ ਟਿਕਾਏਗਾ ਨਾ। ਧਿਆਨ 'ਤੇ ਲਗਾਓਗੇ ਨਾ ਕਿਤੇ, ਉਹ ਧਿਆਨ ਲਗਾਓ। ਫਿਰ ਕਿੱਥੇ ਲਗਾਉਣਾ ਜੇ? ਮਹਾਰਾਜ ਦਾ ਹੁਕਮ ਹੈ, ਧਿਆਨ ਧਰੋ ਤੇ ਕੋ ਮਨ ਮੈਂ ਜਿਹ ਕੋ ਮੈਂ ਤੋਜ ਸਭ ਹੈ ਜਗ ਸ਼ਕਲ ਕੇ। ਆਵੋ ਭਾਈ, ਗਾਥਾਵਾਂ 'ਚ ਵੇਖਿਆ ਹੈ, ਆਵੋ ਮਿਲੋ ਸਹੇਲੀਓ, ਆ ਜਾਓ ਭਾਈ ਸਤਸੰਗੀਓ, ਜਪ ਕਰੀਏ। ਬਾਬਾ ਗੋਂਦਾ ਜੀ ਧਰਮਸ਼ਾਲਾ ਕਾਬਲ ਦੇ ਵਿੱਚ ਬੈਠੇ ਨੇ, ਅਤੇ ਕੀਰਤਪੁਰ ਸਾਹਿਬ 7ਵੇਂ ਗੁਰਦੇਵ ਦੇ ਚਰਨ ਪਕੜ ਲੈਂਦੇ ਨੇ। ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦੀਆਂ ਗਾਥਾਂ 'ਚ ਰਾਜੇ ਸ਼ਿਵਨਾਭ ਦੀ ਕੈਦ ਵਿੱਚ ਬੈਠੇ ਨੇ ਭਾਈ ਮਨਸੁਖ, ਅਤੇ ਗੁਰੂ ਨਾਨਕ ਦੇ ਚਰਨਾਂ 'ਚ ਜੁੜੇ। ਦੂਜੇ ਸਮੇਂ 'ਤੇ ਸਾਖੀ ਸੁਣੀ ਉਹਨਾਂ ਦੀ, ਉਹਨਾਂ ਦਾ ਜਹਾਜ਼ ਇੱਕ ਵਾਰ ਡੁੱਬ ਰਿਹਾ ਸੀ ਮਨਸੁਖ ਦਾ, ਅਤੇ ਉੱਥੇ ਬੈਠੇ ਅਰਦਾਸ ਕਰਦੇ ਨੇ, ਗੁਰੂ ਨਾਨਕ ਨਾਲ ਜੁੜੇ ਹੋਏ ਨੇ। ਮੱਖਣ ਸ਼ਾਹ ਜੀ ਦਾ ਜਹਾਜ਼ ਸਮੁੰਦਰ ਦੇ ਰੇਤੇ ਵਿੱਚ ਬਰੀ ਨੂੰ ਬਰੇਤਾ ਕਹਿ ਦਿੰਦੇ ਹਾਂ, ਫਸ ਗਿਆ ਹੈ, ਤਾਂ ਉਹ ਜਹਾਜ਼ ਵਿੱਚ ਬੈਠੇ ਹੋਏ ਆ ਜਾਂਦੇ ਨੇ ਗੁਰੂ ਚਰਨਾਂ 'ਚ, ਅਤੇ ਗੁਰੂ ਉੱਥੇ ਪਹੁੰਚ ਜਾਂਦੇ ਨੇ। ਉਹੀ ਅਵਸਥਾ ਇਹ ਨਹੀਂ ਕਿ ਅਸੀਂ ਇੱਕ ਦੂਜੇ ਨੂੰ ਗੁਆਂਢੀ ਨੂੰ ਆਵਾਜ਼ ਕਰੀਏ, ਆ ਜਾਓ ਆ ਜਾਓ ਭਾਈ ਆ ਜਾਓ, ਆਪਾਂ ਵਾਹਿਗੁਰੂ ਵਾਹਿਗੁਰੂ ਜਪੀਏ, ਨਹੀਂ। ਆਵੋ ਆ ਜਾਓ ਭਾਈ। ਕਿੱਥੇ? ਇੱਕ ਉੱਚੀ ਉੱਚੀ ਅਵਸਥਾ ਮੰਡਲ 'ਤੇ, ਜਿੱਥੇ ਵੀ ਕਿਤੇ ਬੈਠੇ ਹੋ ਸਿਮਰਨ ਕਰਦੇ ਹੋ, ਧਿਆਨ ਕਰੋ ਗੁਰੂ ਕਾ, ਅਰਦਾਸ ਕਰਕੇ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ 'ਤੇ, ਤਾਂ ਕਿ ਮੇਰਾ ਧਿਆਨ ਇੱਧਰ ਉੱਧਰ ਨਾ ਭਟਕੇ। ਪਾਤਸ਼ਾਹ ਲੱਗੇ ਆਵੋ ਮਿਲੋ ਸਹੇਲੀਓ। ਹੁਣ ਅਸੀਂ ਕਿਵੇਂ ਬੈਠੀਏ? ਜਿਵੇਂ ਦੋਸਤ ਮਿੱਤਰ ਫਰੈਂਡ ਬੈਠਦੇ ਨੇ, ਕਿਉਂਕਿ ਜਿੰਦੜੀਆਂ ਕਰਕੇ ਸਤਰੀਲਿੰਗ ਕਰਕੇ ਵਰਤਿਆ ਗਿਆ, ਅਤੇ ਸਹੇਲੀ ਸ਼ਬਦ ਵਰਤ ਲਿਆ ਗਿਆ। ਸਹੇਲੀ ਦਾ ਮਤਲਬ ਤਾਂ ਦੋਸਤ ਹੀ ਹੈ ਨਾ। ਮਤਲਬ ਅੱਜ ਕੱਲ੍ਹ ਆਪਾਂ ਫਰੈਂਡ ਕਹਿੰਦੇ ਨੇ, ਆਓ ਭਾਈ ਮਿੱਤਰੋ,
ਇਕੱਠੇ ਹੋ ਜਾਓ। ਇੱਥੇ ਮਿੱਤਰਾਂ 'ਚ ਕੀ ਵਤਕਰਾ ਨਹੀਂ ਹੁੰਦਾ, ਨਾ ਉਮਰ ਦਾ, ਨਾ ਜਾਤੀ ਦਾ, ਨਾ ਅਵਸਥਾ ਦਾ, ਵੀ ਤੁਸੀਂ ਅਮੀਰ ਹੋ ਕਿ ਨਹੀਂ। ਮਿੱਤਰ ਮੰਡਲੀ ਜਿਹੜੀ ਹੁੰਦੀ ਉਹ ਅਮੀਰ ਗਰੀਬ ਨਹੀਂ ਹੁੰਦੀ। ਤੁਸੀਂ ਸਾਰੇ ਮਿੱਤਰ ਹਾਂ ਅਸੀਂ, ਆ ਜਾਓ। ਅਤੇ ਕੀ ਕਰੀਏ ਆ ਕੇ ਭਾਈ? ਸੱਚੜਾ ਨਾਮ ਲਏ ਆ ਜਾਓ, ਅਤੇ ਵਾਹਿਗੁਰੂ ਸੱਚੇ ਦਾ ਸੱਚਾ ਨਾਮ ਲਈਏ। ਜਿੱਥੇ ਵੀ ਕਿਤੇ ਬੈਠੇ ਹੋ ਧਿਆਨ ਟਿਕਾਓ ਆਪਣੇ ਗੁਰੂ ਚਰਨਾਂ 'ਚ, ਅਤੇ ਗੁਰੂ ਚਰਨਾਂ ਦੇ ਸਦਕੇ, ਉਸ ਧਿਆਨ ਦੇ ਸਦਕੇ ਸੱਚੇ ਵਾਹਿਗੁਰੂ ਜੀ ਦਾ, ਸੱਚੇ ਪਾਤਸ਼ਾਹ ਦਾ ਸਿਮਰਨ ਕਰੀਏ। ਜਿਵੇਂ ਰਾਤਰੀ ਦੇ ਸਮੇਂ ਆਪਾਂ ਸੋਹਿਲੇ ਦਾ ਪਾਠ ਕਰਦੇ ਤਾਂ ਉਦੋਂ ਕੀ ਕਹਿੰਦੇ, ਤਿਤ ਘਰ ਗਾਵੋ ਸੋਹਿਲਾ। ਹੁਣ ਘਰ ਥੋੜ੍ਹਾ ਬਦਲਣਾ, ਘਰ ਤੇ ਸਾਨੂੰ ਜੋ ਇੱਟ ਪੱਥਰ ਦਾ ਮਕਾਨ ਮਿਲਿਆ ਉਹ ਉੱਥੇ 'ਚ ਹੀ ਰਹਿਣਾ ਨਾ। ਘਰ ਤੇ ਭਾਵੇਂ ਕਿਰਾਏ ਦਾ ਹੋਵੇ ਅਤੇ ਭਾਵੇਂ ਕਿਸੇ ਰੂਪ 'ਚ ਹੋਵੇ, ਭਾਵੇਂ ਕਿਸੇ ਕੋ ਝੋਪੜੀ ਅਤੇ ਭਾਵੇਂ ਕਿਸੇ ਕੋ ਮਹਿਲ, ਘਰ ਤੇ ਘਰ ਹੀ ਹੈ ਨਾ। ਅਸੀਂ ਉਹ ਘਰ ਵੀ ਨਹੀਂ ਬਦਲਣਾ। ਪਰ ਮਹਾਰਾਜ ਕਹਿੰਦੇ ਨੇ ਤਿਤ ਘਰ ਗਾਵੋ ਸੋਹਿਲਾ, ਤੁਸੀਂ ਉਸ ਘਰ ਵਿੱਚ ਜਾ ਕੇ ਸੋਹਿਲੇ ਕਾ ਗੀਤ ਗਾਓ। ਮਹਾਰਾਜ ਉਹ ਘਰ ਕਿਹੜਾ? ਕਹਿੰਦੇ ਜੈ ਘਰ ਕੀਰਤ ਆਖੀ ਹੈ। ਜਿਸ ਘਰ ਵਿੱਚ ਜਾ ਕੇ ਕਰਤਾ ਪੁਰਖ ਦੀ ਉਸਤਤ ਕੀਤੀ ਜਾਂਦੀ ਹੈ ਉਹ ਮਾਨਸਿਕ ਅਵਸਥਾਵਾਂ ਨੇ। ਸਰੀਰ ਟਿਕਿਆ ਰਹੇ, ਅਰਦਾਸ ਕਰਕੇ ਮਨ ਦੀ ਉੱਚੀਆਂ ਅਵਸਥਾਵਾਂ 'ਤੇ ਚਲੇ ਜਾਈਏ ਅਤੇ ਮਨ ਦੀਆਂ ਉੱਚੀਆਂ ਅਵਸਥਾਵਾਂ 'ਚ ਆ ਕੇ ਭਾਵ ਸੰਸਾਰ ਦੇ ਕਲੇਸ਼ ਨਿੰਦਾ ਚੁਗਲੀ ਤੋਂ ਉੱਚੀ ਉੱਠ ਜਾਓ। ਅੱਜ ਇੱਥੇ ਅਤੇ ਇੱਥੇ ਆ ਕੇ ਆਪਾਂ ਜਪ ਕਰੀਏ, ਉਹਦੇ ਸਿਫਤ ਕਰੀਏ, ਸੱਚੜਾ ਨਾਮ ਲਏ ਹਾਂ। ਫਿਰ ਕਹਿਣ ਲੱਗੇ ਆਵੋ ਮਿਲੋ ਸਹੇਲਿਓ ਸੱਚੜਾ ਨਾਮ ਲਿਆ। ਮਹਾਰਾਜ ਇੱਥੇ ਤਾਂ ਵੇਖਿਆ ਲੋਕਾਂ ਨੂੰ ਰੋਂਦੇ ਹੋਏ ਵੇਖਿਆ। ਜਦੋਂ ਕੋਈ ਜੀ ਚਲਾਣਾ ਕਰ ਜਾਂਦਾ ਤਾਂ ਲੋਕ ਰੋਂਦੇ ਨੇ। ਮਹਾਰਾਜ ਕਹਿੰਦੇ ਸੱਚ ਹੈ ਭਾਈ, ਰੋਂਦੇ ਤਾਂ ਹੈ ਹੀ ਨਾ, ਪਰ ਕਿਉਂ ਰੋਂਦੇ ਨੇ? ਤਨ ਦੇ ਬਿਰਹਾ, ਵਿਛੋੜਾ ਕਾਹਦਾ ਸਾਡਾ ਹੁੰਦਾ? ਤਨ ਦਾ। ਜਦੋਂ ਸਾਡੇ 'ਚੋਂ ਕੋਈ ਜੀ ਚਲਾਣਾ ਕਰਦਾ ਏ ਅਤੇ ਪਤਾ ਵਿਛੋੜਾ ਕਾਹਦਾ? ਤਨ ਦਾ ਵਿਛੋੜਾ ਹੁੰਦਾ ਜੇ। ਜਿਹੜੇ ਅਭਿਆਸੀ ਨੇ ਉਹਨਾਂ ਨੂੰ ਪਤਾ ਹੈ ਸੰਸਾਰ ਦੇ ਜਿਤਨੇ ਸਾਡੇ ਲੈਵਲ ਨੀਵੇਂ ਪੱਧਰ ਦੇ ਹੁੰਦੇ ਨੇ ਉਹ ਅਸੀਂ ਕਦੇ ਜੁੜੇ ਹੀ ਨਹੀਂ ਹੁੰਦੇ। ਤਨ ਕਰਕੇ ਇਕੱਠੇ ਹੁੰਦੇ ਹਾਂ, ਇੱਕ ਛੱਤ ਥੱਲੇ ਰਹਿ ਲੈਂਦੇ ਹਾਂ। ਜਿਵੇਂ ਇੱਕ ਬੱਸ 'ਚ ਆਪਾਂ ਬਹੁਤ ਸਾਰੇ ਲੋਕ ਬੈਠੇ ਹੁੰਦੇ ਹਾਂ, ਆਪਾਂ ਜੁੜੇ ਥੋੜ੍ਹਾ ਹੁੰਦੇ ਹਾਂ, ਇੱਕ ਬੱਸ 'ਚ ਬੈਠੇ ਹੁੰਦੇ ਹਾਂ। ਕਈ ਵਾਰ ਤਾਂ ਨਾਲ ਦੀ ਸੀਟ ਵਾਲੇ ਦੇ ਨਾਲ ਵੀ ਅਸੀਂ ਗੱਲਬਾਤ ਨਹੀਂ ਕਰਦੇ। 4-4 6-6 ਘੰਟੇ ਸਫ਼ਰ ਕਰ ਲਈਦਾ ਏ ਅਤੇ ਨਾਲ ਦੀ ਸੀਟ 'ਤੇ ਕੋਈ ਬੈਠਾ ਵੀ ਅਸੀਂ ਪੁੱਛਦੇ ਨਹੀਂ ਤੂੰ ਕੌਣ ਹੈ, ਕਿੱਧਰੋਂ ਆ? ਠੀਕ ਹੈ ਭਾਈ, ਉਹ ਆਪਣੇ ਘਰੋਂ ਆਇਆ, ਆਪਣੇ ਰਾਹ ਚੱਲਿਆ, ਅਸੀਂ ਆਪਣੇ ਘਰੋਂ ਆਇਆ, ਆਪਣੇ ਰਾਹ ਚੱਲੇ ਆ। ਕਦੇ ਉਹ ਗੱਲ ਹਾਏ ਹੈਲੋ ਹੋ ਗਈ, ਨਹੀਂ ਤੇ ਭਾਈ ਗੱਲ ਹੀ ਨਹੀਂ ਕਰਦੇ। ਹੁਣ ਕੀ ਇਕੱਠੇ ਆ? ਨਹੀਂ, ਬੈਠੇ ਇੱਕ ਬੱਸ ਵਿੱਚ ਹਾਂ, ਪਰ ਅਸੀਂ ਜੁੜੇ ਹੋਏ ਨਹੀਂ ਆ। ਉਸ ਬੱਸ ਵਿੱਚ ਬੈਠੇ ਹੋਏ ਜੁੜੇ ਹੋਏ ਸੀ ਕਿਹਦੇ ਨਾਲ? ਆਪਣੇ ਪਰਿਵਾਰ ਦੇ ਨਾਲ, ਜਿਹਦੇ ਨਾਲ ਸਾਡੇ ਦੁੱਖ ਸੁੱਖ ਦੀ ਸਾਂਝ ਹੈ, ਜਿਹਨੂੰ ਅਸੀਂ ਦੱਸ ਰਹੇ ਹਾਂ ਕਿੱਥੋਂ ਚੱਲੇ ਅਤੇ ਕਿੱਥੇ ਪਹੁੰਚੇ, ਜੁੜੇ ਸੀ ਉਹਨਾਂ ਦੇ ਨਾਲ। ਇਸੇ ਤਰ੍ਹਾਂ ਸੰਸਾਰ ਵਿੱਚ ਜਦੋਂ ਕੋਈ ਜੀਵ ਪ੍ਰਾਣੀ ਸਾਡੇ 'ਚੋਂ ਚਲਾਣਾ ਕਰਦਾ ਏ ਅਤੇ ਉਹਦੇ ਪਿੱਛੇ ਲੋਕ ਰੋ ਰਹੇ ਨੇ, ਗਮਗੀਨ ਨੇ। ਅਤੇ ਕਿਹਨੂੰ ਰੋ ਰਹੇ ਨੇ? ਕਾਹਦਾ ਵਿਛੋੜਾ ਪੈ ਗਿਆ ਇਹਨਾਂ ਨੂੰ? ਤਨ ਕਾ ਵਿਛੋੜਾ ਪਿਆ, ਮਨਾਂ ਦਾ ਵਿਛੋੜਾ ਨਹੀਂ ਪੈਂਦਾ। ਅਭਿਆਸਾਂ ਨੂੰ ਪਤਾ ਜਿਹੜੇ ਥੋੜ੍ਹੇ ਦੇ ਉਤਲੇ ਲੈਵਲਾਂ 'ਤੇ ਨੇ ਉਹ ਤਾਂ ਵਿਛੜਦੇ ਹੀ ਨਹੀਂ, ਬਲਕਿ ਸਾਨੂੰ ਤੱਕ ਤਾਂ ਕਿਹਾ ਗਿਆ ਏ। ਆਪਣੇ ਤੇ ਪਾਠ ਕਰਦਿਆਂ ਪੜ੍ਹਿਆ, ਨਾਨਕ ਕੱਚੜਿਆਂ ਸਿਉਂ ਤੋੜ ਢੂੰਡ ਸੱਜਣ ਸੰਤ ਪੱਕਿਆ। ਅੱਛਾ ਮਹਾਰਾਜ ਕੀ ਹੋਏਗਾ? ਆ ਵੀ ਤੇ ਮੇਰੇ ਸੱਜਣ ਮਿੱਤਰ ਨੇ ਨਾ। ਕਹਿਣ ਲੱਗਾ ਆਪਾਂ ਸਰੀਰਾਂ ਸੱਜਣਾ ਮਿੱਤਰਾਂ ਦੀ ਗੱਲ ਨਹੀਂ ਕਰਦੇ, ਕੱਚੇ ਤੇ ਪੱਕੇ ਲੱਭ। ਹੁਣ ਕੱਚਿਆਂ ਪੱਕਿਆਂ ਦੇ ਨਿਸ਼ਾਨੇ ਕੀ ਹੈ? ਅਸੀਂ ਤੇ ਸਰੀਰ ਦੇਖਾਂਗੇ ਵੀ ਬੜਾ ਪਹਿਲਵਾਨ ਹੈ, ਬੜਾ ਮਜ਼ਬੂਤ ਹੈ। ਨਹੀਂ, ਉਹ ਜੀਵਨ ਦੇ ਵਿਛੜੇ ਕੱਚੇ ਪਿੱਲੇ ਲੋਕ ਲਾਲਚ ਕਰਕੇ, ਕਿਸੇ ਕਾਰਨ ਕਰਕੇ ਜਿਉਂਦਿਆਂ ਸਾਥ ਛੱਡ ਜਾਂਦੇ ਨੇ। ਸਾਡੇ ਬਹੁਤ ਸਾਰੇ ਲੋਕ ਨੇ ਨਾ, ਮਿਲਦੇ ਹਾਂ ਛੱਡਦੇ ਨੇ ਆ, ਮਿਲਦੇ ਆ, ਕਿਉਂਕਿ ਅਸੀਂ ਕੱਚੇ ਧਾਗੇ ਨੇ, ਕੱਚੇ ਮੰਡਲ ਨੇ, ਕੱਚੀਆਂ ਅਵਸਥਾਵਾਂ ਨੇ। ਜੇ ਮਤਲਬ ਦੀਆਂ ਗੱਲਾਂ ਪੂਰੀਆਂ ਨਹੀਂ ਹੋਈਆਂ ਤਾਂ ਆਪਾਂ ਕਹਿੰਦੇ ਕੋਈ ਗੱਲ ਨਹੀਂ ਭਾਈ, ਛੱਡ ਦਿੰਦੇ ਹਾਂ। ਨਿਤ ਲੋਕ ਛੱਡਦੇ ਨੇ। ਪਰਿਵਾਰਾਂ ਵਿੱਚ ਖਿਮਾ ਕਰਨਾ ਸ਼ਬਦਕ ਸੰਸਾਰਕ ਹੈ। ਇਹ ਤਲਾਕ ਲੋਕਾਂ ਦੇ ਸਹੁੰ ਖਾ ਕੇ ਅਰਦਾਸਾਂ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਕਿਉਂ ਲੋਕ ਕਰਦੇ ਨੇ? ਕਿਉਂਕਿ ਸੰਬੰਧ ਕੱਚੇ ਨੇ, ਮਿੱਤਰਤਾਵਾਂ ਟੁੱਟਦੀਆਂ ਨੇ, ਵਪਾਰਕ ਸਾਂਝਾਂ ਟੁੱਟਦੀਆਂ ਨੇ। ਸਕੇ ਭਰਾ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਨੇ। ਜਿਨ੍ਹਾਂ ਮਾਪਿਆਂ ਨੇ ਸਾਨੂੰ ਪਾਲਿਆ ਹੁੰਦਾ ਉਹਨਾਂ ਮਾਪਿਆਂ ਦੇ ਦੁਸ਼ਮਣ ਬਣ ਜਾਂਦੇ ਲੋਕ। ਕਿਉਂ? ਕਿ ਸੰਬੰਧ ਕੱਚੇ ਰਹਿ ਗਏ। ਇਹ ਸੰਬੰਧ ਪੱਕੇ ਨਹੀਂ। ਜੇ ਮਤ ਖਿਆਲ ਕਰਨਾ ਕਿ ਅਸੀਂ ਜਿਸ ਘਰ 'ਚ ਜਨਮੇ ਪਲੇ ਸਾਡੇ ਸੰਬੰਧ ਬੜੇ ਪੱਕੇ ਨਹੀਂ, ਇਹ ਸੰਬੰਧ ਕੱਚੇ ਕੈਟਾਗਰੀ 'ਚੋਂ। ਹਾਂ, ਇਹਨਾਂ 'ਚੋਂ ਕੋਈ ਪੱਕਾ ਹੋ ਸਕਦਾ ਹੈ। ਮਹਾਰਾਜ ਕਹਿੰਦੇ ਢੂੰਡ ਸੱਜਣ ਸੰਤ ਪੱਕਿਆ। ਉਹ ਪੱਕੇ ਮਿੱਤਰ ਬਣਾ।
महाराज कच्चे पक्के की निशानी कि वो जीवन दे विछड़ा है, वो मोया न जाही छोड़। सज्जन ही वो ने जिन्हां दा एक बार मिलाप होवे, जिच विछोड़ा ना होवे, जिच विछड़ना ना होवे। इसे करके अध्यात्म खेत्र दे विच मिलाप दीयां गल्लां हुंदियां ने, विछोड़ी दीयां गल्लां नहीं हुंदियां। क्षमा करना, परिवारक गल चुकी निकली सी। सिख मंडल दे आनंद कारज विवाहां दे विच मिलाप की गल है, विछोड़े की गल नहीं है। एक्ट विच भी नहीं पाई अगलिया ने। दुनिया समाज की कहिंदी है, क्यों कहिंदी है? क्योंकि वो बहुत हल्का लैवल हुंदा है, पर सच है इत्थे सिर्फ जुड़न की गल है, विछड़न की गल नहीं है। इत्थे तो समाना हुंदा है, तो समा गए एक बार तो फिर कित्थों विछड़ जाओगे? तुसीं ते एक दूजे का रूप ही होगे। इसे करके इत्थे तो जुड़ना है, जुड़ के समा जाना है। महाराज कहने के चेता रखियो, ऐसे जियां दे नाल संबंध बनाओ जिहड़े पक्के ने। गुरमुखां नाल संबंध बन जाए तो परपक्कता का हुंदा। अभ्यासी नूं पता है शरीर विछड़ भी जाना तो तुसीं आपस विच मिले रहिंदे हो। जिन्हां दे नाल साडे रूहानी मानसिक संबंध हो जाते हैं, ये अभ्यासी नूं पता है कि मानसिक संबंध होण ते तुसीं टैलीपैथी नाल जुड़े रहिंदे हो। शरीर किते बैठे रहिंदे ने, मन करके तुसीं एक दूजे दे नाल जुड़े रहिंदे हो। तो थोड़ा जिहा होर गहरा हो जाए तो फिर भी तुसीं जुड़े रहिंदे हो। सुपनिਆਂ 'ਚ मिलदे एक दूजे नूं, एक दूजे के कार विहार करते, शरीरां दा संस्कार कर आउंदे हो, पर साल दर साल तुसीं एक दूजे नूं मिलदे रहिंदे हो। क्योंकि वो जन्म जन्मांतरां दे चक्कर 'च नहीं हुंदे। तुसीं जुड़े हो, जदों मर्जी जुड़ सकते, जदों मिल सकते हैं। ये अभ्यास मंडल दीआं अगलियां अवस्थावां ने। गुरुदेव किरपा करन किते सानूं इहदा भी आनंद ते रहस भेट समझे कि सी जिन्हां नूं असीं कहने ना फलाना हुण शरीर विच नहीं है, वो भी साडे नाल मिल सकदा है, साडे कारज कर सकते हैं। इसे करके अध्यात्म उन्हां दे अवस्थावां नूं ही मानना चाहता है, क्योंकि ओए मोया न जाही छोड़। जिन लोग मर जाना कहते वो तद भी नहीं मरते तो ना छड्डदे, क्योंकि जन्म मरण दे विच हुंदे नहीं। असीं की करिए? वेखदे हां रोह है बिरहा तन का। लोग रो रहे ने क्योंकि विछोड़ा पै गया तन का। वियोग है, बिरहा का मतलब वियोग हुंदा है। विछोड़ा पै गया, वियोग पै गया तन का। असीं की करिए? क्योंकि सानू तो बाणी पढ़दे इन्नी कुछ तो समझ आनी चाहिए है ना कि सिक्खी ते प्रेम संबंध जिहड़े ने ये तन दे नहीं हुंदे। भगती दे जो संबंध ने तन करके नहीं हुंदे। फिर की है? अपना साहिब संभाले हाँ तो भाई असीं अपने साहिब नूं संभालीए, क्योंकि साडा साहिब ते जोत रूप है, साडा साहिब ते नीत नवां है। साडे साहिब ने तो कदे बुढ़े होना ही नहीं, साडा साहिब तो कदे विछड़दा ही नहीं। इसे करके कहते ने जिहड़े प्रभु जी दे नाल एक बार जुड़ जाते ने, उन्हां दा कदे विछोड़ा नहीं हुंदा, ना वो मरै ना जाए। भाई असां तुसां संसार दे लोग मरदे ने ते चले जाते ने, उन्हां कित्थे मरना, ना उन्हां मरना ते ना हो जाना, वो तो सदा दा संग हो जाता है। इस ते सदा दा संग बना सकीए, इस वास्ते सानू याद करना पैना, सिमरन करना पैना। महाराज कहते कि भाई रोव है बिरहा तन का, असीं की करिए? अपना साहिब संभाले हाँ। और प्यारिओ मिल गए हो, एक अवस्था ते पहुँचे हो, तो अपने साहिब नूं संभालीए। साहिब नूं संभालण दा मतलब हुंदा है उहदे नाम नूं, उहदी याद नूं, उहदे प्रेम नूं संभालीए। अज भी जिहड़े साडे वडेरे परिवारां चों गुजर गए ने, हुण असीं कहने भाई आ बच्चे नूं कदे कदे कहा जाए भाई इज्जत संभाल के रखियो, अपने वडेरियां दी इज्जत, तुहाडा भी रुतबा जे, तुहाडा विरसा जे। सानूं कहा जांदा ना भी तुसीं भाई तारू सिंह जी दे वंशज जे, तुसीं गुरु साहिब जी दे प्यारे हो, तुसीं साहिबजादियां दे नाल दे भाई हो, तुसीं शहीदां दे परिवारां चों जे, तुसीं गुरु के खानदाना परिवारां सिख जे, उस माण नूं संभाल के रखियो। हुण उन्हां नूं कोई संभाल कोई पैकेट थोड़ा किस्म नहीं, उन्हां ने उसनूं याद विच संभाल के रखना है। उन्हां जिथे भी किते संसार च विचरना जाना होवे, ये चेता होना चाहिए है कि मैं कौन हाँ। असीं फिलासफी च गल पढ़ते सुनते हाँ कि सानूं ये पता होना चाहिए कि मैं कौन हाँ। जो सानू कोई पुछता मैं कौन, तो अपना फटाफट नां दसदे, पिता का नां दसदे हैं, पर नहीं सानू पता चाहिए मैं कौन हाँ। तो पता साड़ी मैं कौन हाँ? मन तू जोत स्वरूप है, ये चेता होवे कि मैं जोत स्वरूप हाँ। मैनू मेरे गुरु ने मान दिता है अपना,
मेरे गुरु ने अपना स्वरूप दिता है। मेरे गुरु साहब ने कहा है कि मैनू अपने पुत्र धीआं होण दा माण दिता है। साडे वल ही इस बांह उलार के महाराज ने कहा सी ना, इन पुत्रन के सीस पर। जदों असीं दमदमा साहब की गाथावां पढ़ते पातशाह दशमेश दियां, तो साडे तुहाडे वर्गे उदों संगत च बैठे होणगे ना, तो साहब ने कहा सी इन पुत्रन के सीस पर। कोई गल नहीं, पुत्र मेरे बहुत ने, वो 4 मैं वार दिते ने इन्हां सैकड़ियां हज़ारां तो। इसमें पता है कि असीं ते गुरु के पुत्र हाँ, पता होना चाहिए। इसे करके इसनूं कहा जांदा कि भाई तुसीं असीं गुरसिख पुत हो। पावन बाणी बड़ा प्यारा बचन आ, आओ भाई गुरसिख पुत हो, तुसीं सारे गुरसिख पुत्र हो। की करो जी, हर जपियो, सिमरन करया करो, अपने पिता का तो नाम चेते रखो ना। कम से कम ऐसा ना संसार बाजार च किते गए तो कोई पूछे तेरे पिता का नाम की है जी, भुल गए, तो फिर उन्होंने लोग मूर्ख कहते हैं। जिसनों अपने वड्डे पिता का नाम भुल जाए, कहने लगे ये भी कोई बंदा अपने पिता को भुल गए। अपने गुरु को चेते रखो, वो विचार नूं, वो उपदेश नूं, वो आग्या नूं, वो सिद्धांतां नूं, वो रहमतां नूं, तो उतों तक पहुँचने को जुगत है। वो नाम नूं चेते रखो, तो नाम चेते रखने की जुगत है, जपते रहो, बार बार दोहराते रहिए, बार बार याद करते रहिए। कहने लगे साहिब संभाल है, असीं ते करना भाई, जिहड़े करते हैं प्रभु के प्यारे की करते, साहिब संभाल है, पंथ निहाल है। निहालना कहना देखना, साहिब नूं चेता करते करते अपना राह भी देखी जाना। असीं कोई उन्हां जोगियां वर्गे नहीं कि हाँ कंदरां च बैठ के ते 500 साल बैठे रहांगे, नहीं, असीं ते भाई यात्री भी हाँ। भावें वो इतिहास कि मिथिहास मानते कि नहीं मानते, पर ऐसी गाथावां मिलदियां ने ना कि उसने एक बार अपने गुरु करदा, अपने ईश्वर का जो भी उसने हिसाब किताब लिया, अखां मीट के बैठ के हज़ारां सालां तक बैठे रहे जी। श्री अमृतसर साहब जाइए तो संतोख सर दे विचों निकले हुए जोगी दीयां गाथावां पढ़ाईयां जांदियां ना, सुणाईयां जांदियां भी पता नहीं कदों दा बैठा सी। पर नहीं, असां पंथ भी देखना है, साहिब संभालै, पंथ निहालै। असीं टिके ही नहीं रहना, असां यात्रा भी करनी। अपने साहिब दे नाल, अपने साहिब दे हुक्म दे नाल, जिवें असीं दुनियावी सड़कां ते तुरे हो जांदे होए साइन बोर्ड देखते जाने कि राह ठीक है। कई बार वेख्या जो उपरी राहां ते जाइए, हुण तो साडे कोल बहुत सारी टैक्नोलॉजियां आ गई ने, सानू मशीनां दे राहीं डिवाइस ने पता लगता कि राह ठीक है। नहीं तो अज तो 30 साल पहलां जो डिवाइस नहीं सी हुंदे, सफ़र कि उदों लोग नहीं सी करते, उदों असीं बड़ी दूर दूर तक बाई रोड सफ़र कीते ते की करदे सी भाई, मील पत्थर देखते जाना, साइन बोर्ड देखते रहना, तो जाके जे नहीं समझ आना 5-7 मील तक कोई मील पत्थर नहीं समझ आना, जे 2-4 मोड़ पै गए तो गां पुछ लेना भाई ये सड़क ठीक फलाने पासे नूं जांदी है ना, तस्दीक कर लेना कि हाँ कि ये राह साडे मंजिल ते पहुँचदा है। तो जे किसी कहना नहीं नहीं भाई तुसीं पिछले मुड़ तो भुल गए हो, तो वापस आना पैंदा है ना। परमेश्वर का चेता करन दा मतलब है कि तुहानूं अपने मार्ग की समझ आ जाए कि इस मार्ग ते चल जा रहे, तो मार्ग चले भाई अड़े, इस मार्ग ते चलो, किवें चले, गुरु कहे साकार कमाए जियो। जो गुरु कह रहे ने तो इस मार्ग ते चलदियां जिवें मील पत्थर मिलते हैं, साइन बोर्ड मिलते हैं, इस तरह इस मार्ग ते चलदियां तुहानूं शांति मिलेगी। बड़ा प्यारा नियम है ना, ज्यों रसना दे सदके जप होएगा तो की मिलेगा, रसना गुण गोबिंद गुण गायन शांत। जे मन शांत होने लग पाए तो राह ठीक है, शांति का होर गहरा हो गया, सहज हो राह ठीक है, मंजिल के नेड़े मान लो सहज ते पहुँच गया, उसने 60-70% मार्ग तय कर लिया। तीजे पड़ाव ते पहुँच गया, रहस्य मन उपजियो, फिर मन में खेड़ा आने लग पिया, मन च अनुभव आने लग पे, समझ से 70-80% तक सफ़र कर गए हो। जिवें असीं पहाड़ां नूं जाने आ, एक थां ते पहुँच के ठंडी हवा के बुल्ले आउण लग पैंदे ने, असीं कहने हुण भाई साडी मंजिल शिमला नेड़े आ गए, हुण शीशे खिड़कियां खोल दिओ, क्योंकि हुण ना ठंडी हवा आ गई, हुण गर्म हवा नहीं होवेगी। हुण सानूं अनुभव होण लग पिया ना, सानूं दस्सिया नहीं, सानूं अनुभव होया। इसे तरह जदों मन शांत हो जाए, मन टिकाव च आउण लग पवे, विकार कट्टण लग पैण, गलतियां भुल्लां विसरन लग पैण, ते दुनिया दे शोभ जो कमियां ते मन खो पैंदी है वो घटन लग पे, मन टिकन लग पवे, ते मन
हर अवस्था ते खुशी ते गमे संसार ते नफ़े ते नुकसानां दे दरम्यान मन खिड़िया रहन लग पे ते सुन साडा राह ठीक है। तुरे जा रहे हैं, महाराज कहने लगे साहिब संभाल लै, सिमरन करते जाना, पंथ निहाल लै, भगत जन करते ने, मार्ग देखते ने पंथ ते असां पे उत्थे जाना। जिस राह ते साडे वडेरे लंघ गए ने असां भी उत्थे ही जाना, साडी मंजिल भी उत्थे ही है। मंजिल सारिਆਂ ਦੀ ਉਹੀ है, तो कोई पहुँच जाता है तो कोई नहीं पहुँचता। चलते तो सारे घरों मंजिल अपने मुकाम ते पहुँचण लई ने, पर भाई कोई पहुँच पाया कोई नहीं पहुँच पाया। मस्कीन साहब ने समाज में बड़ी प्यारी गल की, तुरते पाओ तुसीं अपना घर का दायरा छड्डो तो सही, तुरो। एक कदम तुरे कोई गल नहीं, 10 कदम तुरे कोई गल नहीं, रफ्तार तुहाडी हौली है कोई गल नहीं, तुरे तो जांदे हो ना। हुण तुसीं ठहरे हुए नहीं हो, हुण तुसीं यात्री कहलाओगे, हुण तुसीं पांधी कहलाओगे। ठीक है, किसी की रफ्तार बड़ी तेज़ है वो जल्दी पहुँच जाएगा, किसी की रफ्तार स्लो है वो थोड़ी देर ना पहुँच जाएगा। हो सकता है तुसीं ध्यान मार्ग ते अपना लो, हौली हौली। असीं साखियां च भी सुनिया ना कि आत्मा ने इस शरीर तो निकल के दरगाह दे विच जांदे 1 साल लगता है। पंडित नित्यानंद जी कहते 1 साल लगता है, तो 6वें पातशाह हजूर बैठे गुरसिखां ने जो आपस में चर्चा की, एक कहते नहीं साल तो बड़ा वड्डा समा है, पहुँचने वास्ते महीना को बड़ा है। दूजा कहता नहीं बाबा महीना बहुत होंदा, इन्ना इंतजार के दो आपां ते 3 हफ्ते पहुँच जाएंगे, 2 हफ्ते पहुँच जाएंगे, एक कहता हफ्ते पहुँच जाएंगे। करदे कहता नहीं जी 8 पैर बड़े होंदे आ, शरीर छुट्टण तो 8 पैर पहुँच हो जाएगी। एक बाबा चुप बैठा सी, पूछे बाबा तुहाडा की तजुर्बा? कहने लगा आपां किते जाना ही नहीं, आपां किते नहीं जाना, आपां पहुँच गए उत्थे जिथे जाना सी ना, आपां उत्थे पहुँच गए हाँ। ये जीवन मुक्त है, जिथे मर के जाना है उत्थे शरीर दे विच रहिंदे ही पहुँच गए। तो जो महाराज नाल गल हुई तो महाराज ने यही कहा कि भाई यात्रा तो उतनी है, मील नहीं घटते होंदे। धर्म ते दर्शन दे विच जो देश है ना वो नहीं घटदा, क्योंकि फिलासफी च सारा जन अध्यात्म देश ते काल की व्याख्यावां ते खड़ा है, टाइम एंड स्पेस इत्ते खड़ा ना, देश ते काल ते। देश नहीं जे घटदा, टाइम ही घटदा ते वधदा है। इत्थों श्री अमृतसर साहब असीं सानूं दस्सिया कि भी अज 250 मील, मान लो 250 किलोमीटर पैंदा है सानूं। अज तो 1000 साल पहला जदों आ शहर चंडीगढ़ नहीं होवेगा तद भी 250 मील ही होना ना। उतों ही 1000 साल पहला जदों श्री हरमंदर साहब की रचना भी नहीं रची गई, साडा इत्थे भी जंगल मैदान होएगा, उदों भी ये धरती का फासला तो उदों भी 250 मील ही होना ना। जदों की धरती बनी है ये फासला 250 मील ही होना है, पर रफ्तार ने समय ने घटाता। उदों लोग तुर के जाते सी, बड़ा लंबा सफ़र, फिर हौली गड्डे आ गए, स्कूटर आ गई, कार आ गई। अज तुसीं अपने इत्थों जमीन तो उड्डदे हो, सीधे अमृतसर साहब जाके उतर जाते हो, शायद तुसीं 40 मिनट 30 मिनट में ही अमृतसर पहुँच जाते हो। तो भाई ये तो फिर शरीरक है, तो अभ्यासी कोई हो सकता है अखा मिटे तो दरबार साहब का आनंद मान लवे, वो वास्ते तो समा ही कोई नहीं ना, ध्यानिया वास्ते तो समा ही कोई नहीं। जाना सब एक ही ठिकाने ते ही है, शरीर करके उत्थे जाना ना, तो इसी तरह चेतना करके सुरत करके असां उत्थे जाना। असां पे उत्थे जाना, कित्थे जाना? जिथे साडे वड्डे चले गए, जिन्हां दी याद च बैठदे आ, जिन्हां दे प्रेम च बैठदे आ, जिथे वो चले गए ने उत्थे असीं चले जाना। पंथ निहाल है साहिब संभाल है, पंथ निहाल है, असां भी उत्थे जाना जिसका किया तिन ही लिया। भाई जिन्हों आप मौत कही ने ना, जिस परमात्मा जी ने सानू किया, किया दा मतलब रचना रची, जिस करता पुरख ने साड़ी सुंदर शरीर रचना रची सी ना, उसे करता पुरख जी ने सानू वापस बुला लिया। जीव जिसने भेजिया सी उन्हें वापस बुला, कले आ वह नानका सदे उठी जा है, जिसका किया तिस दिन ही लिया, उन्हें ले लिया वापस। हुआ तिसे का भाणा, ये क्यों है जी? ये तो भाणा है क्योंकि उन्होंने भाणा होया सी ते जम्मिया। अनस्तर पाठ नितनीमिया कीता होना ना, जां तिस भाणा तो जम्मिया ते जां तिस भाणा तो चलिया। गल तो नहीं को ना समझ आ जाए, तो
ਉਹਦੇ ਭਾਣੇ ਵਿੱਚ ਹੀ ਜਨਮ ਹੋਇਆ, ਸਰੀਰ ਦੀ ਪ੍ਰਾਪਤੀ ਹੋਈ, ਉਹਦੇ ਭਾਣੇ ਵਿੱਚ ਹੀ ਸਰੀਰ ਸਾਥੋਂ ਵਾਪਸ ਲੈ ਲਿਆ ਗਿਆ, ਸਾਨੂੰ ਬੁਲਾ ਲਿਆ ਗਿਆ। ਸਰੀਰ ਇੱਥੇ ਧਰਿਆ ਰਹਿ ਗਿਆ। ਆਈ ਆ ਗਿਆ ਫਿਰ ਉਹ ਬੁਲਾਇਆ, ਨਾ ਤਨ ਪੁੱਛੀ ਨਾ ਮਤਾ ਪਕਾਇਆ, ਊਠ ਸਿਧਾਰਿਓ ਛੁਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਮਹਾਰਾਜ ਕਹਿਣ ਲੱਗੇ ਤੇ ਫਿਰ ਅਸੀਂ ਕੀ ਕਰੀਏ? ਜੋ ਤਿਨ ਕਰ ਪਾਇਆ ਸੋ ਆਗੇ ਆਇਆ। ਉਹਨੇ ਜੋ ਕਰਕੇ ਸਾਨੂੰ ਦਿੱਤਾ ਸਾਡੇ ਅੱਗੇ ਉਹ ਚੱਲ ਰਿਹਾ। ਜਿਹਨੂੰ ਅਸੀਂ ਕਿਨ ਲੇਖੇ ਆਵੇਂ ਭਾਗ ਕਰਤੇ ਨੇ, ਸਾਡੇ ਭਾਗਾਂ ਮੁਤਾਬਕ ਹੀ ਜੋ ਸਾਨੂੰ ਦਿੱਤਾ ਹੋਇਆ ਸਾਨੂੰ ਉਹੀ ਮਿਲਿਆ। ਇੱਥੇ ਆ ਕੇ ਜੋ ਅਸੀਂ ਸੰਚਨ ਕੀਤਾ ਉਹ ਕੀ ਚਲਾ ਜਾਏਗਾ, ਉਹਦੇ ਮੁਤਾਬਕ ਜੋ ਕਰਤਾ ਅਗਲੇ ਭਾਗ ਬਣੇਗਾ ਅੱਗੇ ਚਲਾ ਜਾਏਗਾ। ਇਹੀ ਕਰਮ ਖੇਤਰ ਹੈ, ਕਰਮ ਚੱਕਰ ਹੈ। ਇੱਕ ਵਾਰ ਸਾਨੂੰ ਨੇ ਤੋਰਤਾ, ਉਹਦੀ ਪੂੰਜੀ ਤੁਸੀਂ ਕੀ ਖੱਟਿਆ, ਕੀ ਗਵਾਇਆ, ਕੀ ਕਮਾਇਆ, ਸੰਚਨ ਹੋ ਗਿਆ। ਦੁਰਗਾਹ 'ਤੇ ਗਏ, ਕੀ ਖੱਟਿਆ, ਕਿਆ ਤੈਂ ਖੱਟਿਆ, ਕਹਾਂ ਗਵਾਇਆ, ਪੁੱਛਿਆ, ਜੋ ਬਚਿਆ ਉਹ ਭਾਗ ਬਣਾ ਕੇ ਫਿਰ ਤੋਰਤਾ। ਅਤੇ ਜਦੋਂ ਅਸੀਂ ਅਕਰਮ ਅਵਸਥਾ 'ਤੇ ਪਹੁੰਚ ਜਾਂਦੇ ਹਾਂ ਫਿਰ ਅਗਲੀ ਗੱਲ ਬਣ ਜਾਂਦੀ ਹੈ। ਕਹਿਣ ਲੱਗੇ ਅਸੀਂ ਕੀ ਹੁਕਮ ਕਰੇ ਹਾਂ ਭਾਈ, ਅਸੀਂ ਕੀ ਕਰ ਸਕਦੇ ਹਾਂ, ਅਸੀਂ ਤਾਂ ਹੁਕਮ ਮੰਨਣ ਵਾਲੇ ਹਾਂ। ਇਸ ਕਰਕੇ ਬਸ ਇੱਕ ਕੰਮ ਕਰ ਸਕਦੇ ਹਾਂ, ਆਵੋ ਮਿਲੋ ਸਹੇਲੀਓ ਸੱਚੜਾ ਨਾਮ ਲਏ ਹਾਂ। ਅਸੀਂ ਹੁਕਮ ਨਹੀਂ ਕਰ ਸਕਦੇ, ਅਸੀਂ ਹੋਰ ਕੁਛ ਨਹੀਂ ਕਰ ਸਕਦੇ, ਅਤੇ ਨਾਮ ਤੇ ਜਪ ਸਕਦੇ ਹਾਂ ਨਾ। ਆਓ ਫਿਰ ਧਿਆਨ ਕਰਕੇ ਗੁਰੂ ਚਰਨਾਂ 'ਚ ਹਾਜ਼ਰ ਲਾਈਏ ਅਤੇ ਵਾਹਿਗੁਰੂ 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 ਜਿੱਥੇ ਵੀ ਕਿਤੇ ਬੈਠੇ ਆ ਉੱਥੇ ਜਪਦੇ ਰਹੀਏ, ਸਿਮਰਨ ਕਰਦੇ ਰਹੀਏ। ਗੁਰੂ ਕਿਰਪਾ ਕਰਨਾਓ ਸ਼ਬਦ ਨਾਲ ਚਿੱਤ ਲਾ ਕੇ ਆਪਾਂ ਵੀ ਸਤੜਾ ਨਾਮ ਲਏ ਹਾਂ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।